ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਬਾਬਾ ਨਾਨਕ ਜੀ ਦੇ 551ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਅਸੀਂ ਵਿਸ਼ੇਸ਼ ਪ੍ਰੋਗਰਾਮ ਕਰਨ ਜਾ ਰਹੇ ਹਾਂ। ਤੁਹਾਨੂੰ ਇਸ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਜਵੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਵੰਦਰ ਜੀ, ਅੱਜ ਉਸ ਮਹਾਨ ਗੁਰੂ, ਉਸ ਮਹਾਨ ਪੈਗੰਬਰ ਦਾ ਜਨਮ ਦਿਹਾੜਾ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ, ਜਿਹਨੇ ਸਾਨੂੰ ਕਿਰਤ ਦਾ ਫਲਸਫਾ ਦਿੱਤਾ। ਹਾਂਜੀ, ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਲੋਕ ਕਿਰਤ ਤਾਂ ਪਹਿਲਾਂ ਵੀ ਕਰਦੇ ਸੀਗੇ, ਕੰਮ ਤਾਂ ਪਹਿਲਾਂ ਵੀ ਕਰਦੇ ਸੀ, ਉਸ ਤੋਂ ਬਾਅਦ ਵੀ ਕਰਦੇ, ਪਰ ਇਹ ਫਲਸਫਾ ਇੱਕ ਫਲਸਫੇ ਦੇ ਤੌਰ ਤੇ ਹਾਂਜੀ, ਜਿਹੜਾ ਸੰਸਾਰ ਦੇ ਸਾਹਮਣੇ ਸੰਕਲਪ ਲਿਆ ਕੇ ਆਂਦਾ, ਇਹ ਬਾਬੇ ਨਾਨਕ ਦੇ ਹਿੱਸੇ ਆਇਆ। ਇਹ ਗੱਲ ਮੈਂ ਤਾਂ ਵੀ ਜੋੜ ਕੇ ਕਰ ਰਿਹਾ ਕਿ ਕਿਰਤੀ ਲੋਕ, ਕਿਸਾਨ ਲੋਕ, ਬਾਬੇ ਨਾਨਕ ਨੇ ਖੁਦ ਖੇਤੀ ਕੀਤੀ ਜੀ। ਉਹ ਬੇਸ਼ੱਕ ਪਟਵਾਰੀ ਦੇ ਪੁੱਤਰ ਸੀ, ਹਾਂਜੀ, ਤੇ ਉਹਨੇ ਕੋਈ ਬਹੁਤੀ ਵੱਡਾ ਅਫਸਰ ਬਣਨ ਦੀ ਗੱਲ ਨਹੀਂ ਕੀਤੀ ਵੀ ਪਟਵਾਰੀ ਕੋ ਗਾਂ ਮੈਂ ਕਾਨੂੰ ਕੋ ਬਣਾ ਜਾਂ ਮੈਂ ਤਹਿਸੀਲਦਾਰ ਬਣਾ। ਆਮ ਪਿਓ ਦਾ ਹੁੰਦਾ ਕਿ ਮੇਰਾ ਪੁੱਤਰ ਇਸ ਸਟੇਜ ਤੇ ਪਹੁੰਚੇ। ਉਹਨਾਂ ਨੇ ਇੱਕ ਨਵਾਂ ਫਲਸਫਾ, ਕਿਰਤ ਦਾ ਫਲਸਫਾ ਲਿਆਂਦਾ ਸੀਗਾ। ਬਾਬੇ ਨਾਨਕ ਨੇ ਖੁਦ ਖੇਤੀ ਕੀਤੀ। ਉਹ ਖੇਤੀ ਕਰਨ ਵਾਲੇ ਕਿਰਤੀ ਕਿਸਾਨ ਅੱਜ ਸਾਰੇ ਜਿਹੜੇ ਆ ਉਹ ਦਿੱਲੀ ਦੇ ਬਾਰਡਰ ਤੇ ਸੜਕਾਂ ਦੇ ਉੱਤੇ ਜਾਮ ਲਾ ਕੇ ਬੈਠੇ। ਉਹਨਾਂ ਨੇ ਵੀ ਇਹ ਦਿਨ ਮਨਾਇਆ। ਹਾਂਜੀ, ਉਹਨਾਂ ਨੂੰ ਪਤਾ ਸੀ ਕਿ ਸਾਨੂੰ ਜਿਹੜੇ ਮਹਾਨ ਗੁਰੂ ਨੇ ਇਹ ਰਾਹ ਦੱਸਿਆ, ਉਹਨੂੰ ਯਾਦ ਕਰਨਾ ਕਿੰਨਾ ਜ਼ਰੂਰੀ। ਉਹਨਾਂ ਨੇ ਕੜਾਹ ਪ੍ਰਸ਼ਾਦ ਬਣਾਇਆ, ਉਹਨਾਂ ਨੇ ਲੰਗਰ ਤਿਆਰ ਕੀਤਾ, ਉਹਨਾਂ ਨੇ ਉੱਥੇ ਮੋਮਬੱਤੀਆਂ, ਦੀਵੇ ਵੀ ਜਗਾਏ। ਕਿੱਥੋਂ ਆਏ ਕਿੱਥੋਂ ਨਹੀਂ ਆਏ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ, ਪਰ ਮਨ 'ਚ ਉਹਨਾਂ ਦੇ ਉਹ ਸਤਿਕਾਰ, ਉਹ ਸ਼ਰਧਾ, ਉਹ ਭਾਵਨਾ ਹੈਗੀ ਹੈ, ਜਿਹਦੀ ਉਂਗਲ ਫੜ ਕੇ ਉਹ ਇਸ ਸੰਘਰਸ਼ ਦੇ ਰਾਹ ਤੇ ਚੱਲੇ ਹੋਏ। ਇਹ ਫਲਸਫਾ ਅੱਜ ਦੁਨੀਆ ਦੇ ਹਰ ਦੇਸ਼ ਦੇ ਵਿੱਚ, ਜਿਹੜੇ ਅਗਾਂਹ ਵਧੂ ਦੇਸ਼ ਹੈਗੇ ਆ, ਉਹਨਾਂ ਨੇ ਅਪਣਾਇਆ ਹੋਇਆ। ਜੇ ਕੈਮਿਸਟ ਦੇਸ਼ਾਂ ਦੀ ਗੱਲ ਕਰੀਏ, ਰੂਸ, ਚਾਈਨਾ ਦੀ, ਵੀਅਤਨਾਮ, ਕੰਬੋਡੀਆ ਦੀ ਗੱਲ ਕਰੀਏ, ਤੇ ਉਹਨਾਂ ਨੇ ਵੀ ਇਹ ਫਲਸਫੇ ਨੂੰ ਪਹਿਲ ਦਿੱਤੀ ਹੈ ਕਿ ਕਿਰਤ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਹੱਥੀਂ ਕੰਮ ਕਰਨਾ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਵੰਡ ਛਕਣਾ, ਜਿਹੜਾ ਸ਼ਾਇਦ ਕਿਸੇ ਹੋਰ ਦੇ ਹਿੱਸੇ 'ਚ ਇਹ ਗੱਲ ਆਈ ਨਹੀਂ ਕਿ ਉਹਨੇ ਇਹ ਗੱਲ ਜ਼ੋਰ ਦੇ ਕੇ ਕਹੀ ਹੋਵੇ ਕਿ ਜੇ ਤੁਹਾਡੇ ਕੋਲ ਕੁਛ ਹੈ ਤੇ ਇਹਨੂੰ ਰਲ ਮਿਲ ਕੇ ਖਾਣਾ ਚਾਹੀਦਾ। ਖਾਣਾ ਦਾ ਮਤਲਬ ਇਹ ਨਹੀਂ ਕੋਈ ਇਹਦੀ ਬੈਡ ਸੈਂਸ ਨਹੀਂ, ਯਾਨੀ ਮਿਲ ਬੈਠ ਕੇ ਵੰਡ ਕੇ, ਜੇ ਦੂਜੇ ਕੋਲ ਨਹੀਂ ਹੈਗਾ ਤਾਂ ਉਹਨੂੰ ਦੇਣਾ ਚਾਹੀਦਾ। ਠੀਕ ਹੈ, ਇਸ ਤਰੀਕੇ ਦੀ ਗੱਲ। ਬਾਬੇ ਨਾਨਕ ਦੇ ਇਸ ਫਲਸਫੇ ਦੀ ਅੱਜ ਕਿੰਨੀ ਕੁ ਇੰਪੋਰਟੈਂਸ ਹੈ, ਮੈਂ ਥੋੜਾ ਜਿਹਾ ਛੋਇਆ ਹੀ ਹੈ, ਬਾਕੀ ਗੱਲ ਤੁਸੀਂ ਕਰਨੀ। MP ਸਿੰਘ ਜੀ, ਬੜਾ ਵੱਡਾ ਟੌਪਿਕ ਹੈ ਜੀ, ਬੜਾ ਵੱਡਾ ਵਿਸ਼ਾ ਹੈ। ਆਪਾਂ ਤੇ ਸੂਰਜ ਦੇ ਸਾਹਮਣੇ ਇੱਕ ਮੋਮਬੱਤੀ ਜਗਾ ਸਕਦੇ ਹਾਂ ਜੀ, ਛੋਟੇ ਜਿਹੇ ਦੋ ਵਾਲੀ। ਬਿਲਕੁਲ। ਪਰ ਮੈਂ ਤੁਹਾਨੂੰ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ ਕਿ ਕਿੰਨਾ ਕੁ ਫਲਸਫਾ ਜਿਹੜਾ ਅੱਜ ਦੇ ਸੰਦਰਭ ਵਿੱਚ ਇੰਪੋਰਟੈਂਟ ਹੈਗਾ, ਮੈਂ ਕੈਨੇਡਾ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਦਾ ਕਿ ਮੈਂ ਰੀਅਲ ਏਸਟੇਟ 'ਤੇ ਹੋਣ ਦੇ ਨਾਤੇ ਮੈਨੂੰ ਕਈ ਵਾਰੀ ਦੂਰ ਦੂਰ ਜਾਣਾ ਪੈਂਦਾ ਜੀ। ਇੱਕ ਮੈਨੂੰ ਥੋੜ੍ਹਾ ਜਿਹਾ ਸ਼ੌਂਕ ਵੀ ਹੈ। ਇੱਥੋਂ ਕੋਈ 70 ਕਿਲੋਮੀਟਰ ਦੂਰ ਇੱਕ ਖਾਲੀ ਫਾਰਮ ਹਾਊਸ 'ਤੇ ਗਾਈਆਂ ਸੀ ਜੀ, ਕਮ ਸੇ ਕਮ ਵੀ 150-200 ਗਾਈ ਹੋਣੀਆਂ, ਗਊਆਂ। ਠੀਕ ਹੈ ਜੀ। ਮੇਰੀ ਆਦਤ ਹੈ, ਮੈਂ ਖੜੀ ਕਰ ਲਈ ਗੱਡੀ ਖੜੀ ਕਰ ਲਈ, ਅਤੇ ਮੈਂ ਕਿਉਂਕਿ ਗੱਡੀ ਇਸ ਕਰਕੇ ਖੜੀ ਕੀਤੀ ਕਿ ਜਦੋਂ ਬੈਕ ਇਨ ਪੰਜਾਬ ਥੋੜ੍ਹੀ ਜਿਹੀ ਠੰਡ ਹੁੰਦੀ ਸੀ, ਆਪਾਂ ਛੱਪੜ 'ਚ ਵਾਰ ਦਿੰਦੇ ਸੀ ਗੱਡੀ, ਜਿਹੜੀ ਗਊਆਂ ਹੁੰਦੀਆਂ ਸੀ, ਪਸ਼ੂ ਟੱਕੇ ਹੋਏ ਅਤੇ ਫਿਰ ਅੱਗ ਬਾਲਣੀ ਠੰਡਾ। ਮੈਂ ਕਿਹਾ ਇੰਨੀ ਮਾਈਨਸ ਤਾਂ ਹੈ, ਅਤੇ ਪੁੱਛਾਂ ਵੀ ਇਹਨੂੰ ਅੰਦਰ ਕਿਉਂ ਨਹੀਂ ਕਰਦੇ। ਅਤੇ ਅੱਗੇ ਗਿਆ ਅਤੇ ਇੱਕ 70 ਸਾਲ ਦਾ ਗੋਰਾ, ਉਹ ਕਰ ਰਿਹਾ ਕੁਛ, ਇੱਕ ਸ਼ਾਇਦ ਗਊ ਬਿਮਾਰ ਸੀ ਇਹਦੀ। ਮੈਂ ਪੁੱਛਿਆ, ਮੈਂ ਕਿਹਾ ਇਹਨੂੰ ਅੰਦਰ ਨਹੀਂ ਕਰਦੇ ਇੰਨੀ ਠੰਡ 'ਚ? ਕਹਿੰਦੇ ਯੂਜ਼ ਟੂ ਹੈਗੀਆਂ ਨੇ। ਅੱਛਾ ਜੀ, ਠੀਕ ਹੈ ਜੀ, ਵੈਦਰ ਦੇ ਹਿਸਾਬ ਨਾਲ ਯੂਜ਼ ਟੂ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਉਹ ਵਾਕਈ ਕੋਈ ਫਰਕ ਨਹੀਂ ਸੀ। ਠੀਕ ਹੈ। ਮੈਂ ਕਿਹਾ ਤੂੰ ਕੀ ਕਰਦਾ ਪਿਆ? ਕਹਿੰਦਾ ਮੇਰੀਆਂ ਗਾਈਆਂ ਨੇ ਸਾਰਿਆਂ ਦੀ ਟੇਕ ਕੇਅਰ ਮੈਂ ਆਪ ਕਰਦਾ ਹੈਗਾ। ਵੈਰੀ ਗੁੱਡ। ਮੈਂ ਕੋਈ ਬੰਦਾ ਨਹੀਂ ਰੱਖਿਆ। ਠੀਕ ਹੈ ਜੀ। ਮੈਂ ਕਿਹਾ ਸਾਰਾ ਕੰਮ 70 ਸਾਲ, ਤੇਰੀ ਉਮਰ 70 ਸਾਲ, ਮੈਂ ਹਮੇਂ 70 ਸਾਲ। ਤੁਸੀਂ ਮੰਨੋਗੇ ਨਹੀਂ, ਉਹਦਾ ਜਜ਼ਬਾ ਵੇਖ ਕੇ, ਉਹਦੀ ਇੰਨੀ ਠੰਡ 'ਚ ਆਪ ਕੰਮ ਕਰਦੇ ਵੇਖ ਕੇ ਮੈਨੂੰ ਬਾਬਾ ਨਾਨਕ ਯਾਦ ਆ ਗਿਆ। ਵੈਰੀ ਗੁੱਡ। ਮੈਂ ਕਿਹਾ ਵੀ ਸਾਡੇ ਵੀ ਇੱਕ ਬਾਬਾ ਸੀ, ਮੈਂ ਉਹਨੂੰ ਦੱਸਿਆ ਸਾਡੇ ਵੀ ਇੱਕ ਗੁਰੂ ਸੀ, ਸਾਡਾ ਵੀ ਇੱਕ ਰਹਿਬਰ ਸੀ, ਜਿਹੜਾ ਤੇਰੇ ਉਮਰ ਦਾ ਹੀ ਸੀ ਔਰ ਤੇਰੇ ਵਾਂਗੂ ਖੇਤਾਂ 'ਚ ਕੰਮ ਕਰਦਾ ਹੁੰਦਾ ਸੀ, ਜਿਹਨੇ ਇੱਕ ਐਸੀ ਲੋਅ ਲਾਈ ਹੈ ਕਿ ਸਾਨੂੰ ਖੇਤਾਂ 'ਚ ਕੰਮ ਕਰਨ ਲੱਗਿਆਂ, ਫੈਕਟਰੀਆਂ 'ਚ ਕੰਮ ਕਰਨ ਲੱਗਿਆਂ, ਸੜਕਾਂ 'ਤੇ ਕੰਮ ਕਰਨ ਲੱਗਿਆਂ, ਜਾਂ ਕਿਸੇ ਕਿਸਮ ਦਾ ਵੀ ਕੰਮ ਕਰਨ ਲੱਗਿਆਂ, ਸਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਔਰ ਜਿਸ ਬੰਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ, ਉਹ ਬਾਬੇ ਨਾਨਕ ਦਾ ਭਗਤ ਨਹੀਂ ਹੈਗਾ। ਬਿਲਕੁਲ। ਠੀਕ ਹੈ ਜੀ। ਹੁਣ ਤੁਸੀਂ ਆਓ ਦਿੱਲੀ ਦੇਖੋ,
ਲੰਗਰ ਚਕਾਇਆ ਸੜਕਾਂ ਤੇ, ਕੋਈ ਸਪੈਸੀਫਿਕ ਜਗ੍ਹਾ ਤੇ ਨਹੀਂ ਬਣਾਈ ਉਹਨਾਂ ਨੇ। ਮੈਂ ਵੇਖਿਆ ਜੀ ਲੰਗਰ ਖਾ ਕੇ ਛੱਕ ਕੇ ਜਿਹੜੇ ਥੱਲੇ ਗੰਦ ਪਿਆ ਸਾਫ਼ ਸਫਾਈ ਕਰ ਸਾਫ਼ ਸਫਾਈ ਕਰ ਰਹੇ ਸੀ। ਬਿਲਕੁਲ ਠੀਕ ਹੈ ਜੀ। ਮੈਂ ਵੇਖਿਆ ਕਿ ਹਰਿਆਣੇ ਤੋਂ ਗੋਭੀ ਆਈ ਹੈ ਟਰੱਕ ਦੇ ਵਿੱਚ, ਠੀਕ ਹੈ ਜੀ, ਉੱਪਰ ਬੰਦਾ ਸੁੱਟਿਆ ਥੱਲੇ, ਉਹ ਥੱਲੇ ਵਾਲਾ ਬੰਦਾ ਕਹਿ ਰਿਹਾ ਕਿ ਸਾਨੂੰ ਬਸ ਸਾਡਾ ਇੰਨੀ ਬਹੁਤ ਹੈ, ਮਿਹਰਬਾਨੀ ਤੁਹਾਡੀ, ਠੀਕ ਹੈ ਜੀ, ਵੰਡ ਕੇ ਛਕਣ। ਸ਼ਾਇਦ ਉਹ ਸੋਚਦਾ ਹੈ ਅੱਗੇ ਹੋਰ ਵੀ ਲੋਕੀ ਹੈਗੇ, ਉਹਨਾਂ ਨੂੰ ਲੋੜ ਹੈਗੀ ਹੈ, ਠੀਕ ਹੈ ਜੀ। ਦੁੱਧ ਆਇਆ ਉਹਨਾਂ ਨੇ ਪਵਾ ਲਿਆ ਜਿੰਨੀ ਕੁ ਲੋੜ ਸੀ, ਬਾਕੀ ਅੱਗੇ ਭੇਜ ਦਿੱਤਾ, ਠੀਕ ਹੈ ਜੀ। ਸੋ ਇਹ ਜਿਹੜਾ ਨਾਨਕ ਦਾ ਫਲਸਫਾ ਜਿਹੜਾ ਨਾ, ਇਹ ਸਾਨੂੰ ਤੁਰਿਆ ਫਿਰਿਆ ਹਰ ਜਗ੍ਹਾ ਦੇਖਣ ਨੂੰ ਮਿਲਦਾ ਹੈਗਾ, ਪਰ ਉਹਦੇ ਵਾਸਤੇ ਇੱਕ ਅੱਖ ਚਾਹੀਦੀ ਹੈਗੀ, ਠੀਕ ਹੈ ਜੀ। ਬਹੁਤ ਸਿੰਪਲ ਹੈ ਜੀ, ਕੋਈ ਲੰਮਾ ਚੌੜਾ ਕੋਈ ਹੈ ਨਹੀਂ ਹੈ ਕਿ ਗ੍ਰੰਥ ਨਹੀਂ ਹੈਗੇ ਕੋਈ ਬਹੁਤ ਲੰਮੇ ਚੌੜੇ, ਸਿਰਫ 3 ਸਿਧਾਂਤ ਹੈਗੇ। ਰੌਕਟ ਸਾਇੰਸ ਨਹੀਂ ਹੈ, ਰੌਕਟ ਸਾਇੰਸ ਨਹੀਂ ਹੈ, ਹੈ ਕਿਰਤ ਕਰੋ, ਠੀਕ ਹੈ ਜੀ। ਕਿਉਂਕਿ ਜੇ ਕਿਰਤ ਨਾ ਕੀਤੀ, ਸਾਰੇ ਬੰਦੇ ਭਗਤੀ ਕਰਨ ਤੇ ਬਹਿ ਗਏ ਤੇ ਸਿਸਟਮ ਰੁਕ ਜਾਏਗਾ, ਖਾਣਾ ਕਿੱਥੋਂ ਆ, ਠੀਕ ਹੈ ਜੀ। ਗ੍ਰਸਥ ਜੀਵਨ ਤੇ ਜ਼ੋਰ ਦਿੱਤਾ, ਗ੍ਰਸਥੀ ਵਿੱਚ ਤੁਹਾਡੇ ਬੱਚੇ ਵੀ ਹੋਣੇ ਹੈਗੇ, ਠੀਕ ਹੈ ਜੀ। ਫਿਰ ਵੰਡ ਕੇ ਛਕੋ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗੋਭੀ ਪੂਰੀ ਹੋ ਗਈ, ਤੁਸੀਂ ਅੱਗੇ ਲੈ ਜਾਓ ਜੀ, ਠੀਕ ਹੈ ਜੀ, ਪੂਰੀ ਹੋ ਗਈ। ਤੇ ਨਾਮ ਜਪੋ ਜੀ, ਨਾਮ ਜਪੋ। ਹੁਣ ਦੇਖੋ ਉੱਥੇ ਖੁੱਲੇ 'ਚ ਉਹਨਾਂ ਨੇ ਦੀਵਾਨ ਲਾਇਆ, ਠੀਕ ਹੈ ਜੀ। ਇੱਕ ਸਿੰਘ ਨੇ ਥੱਲੇ ਵੈਸੇ ਉਹ ਪਲਾਸਟਿਕ ਦਾ ਵਿਛਾਇਆ ਤੇ ਉਹ ਬਾਬੇ ਨਾਲ ਨਿਤਨੇਮ ਕਰ ਰਿਹਾ ਹੈਗਾ, ਠੀਕ ਹੈ ਜੀ। ਇੱਕ ਸਿੰਘ ਨੇ ਗੁਟਕਾ ਖੋਲਿਆ ਤੇ ਉਹ 'ਚ ਉਹ ਨਿਤਨੇਮ ਕਰ ਰਿਹਾ, ਪਾਠ ਕਰ ਰਿਹਾ ਹੈ। ਸੋ ਇਹ ਝਲਕਾਂ ਪੈਂਦੀਆਂ ਨੇ, ਝਲਕਾਰੇ ਪੈਂਦੀਆਂ ਹੈਗੀਆਂ। ਜਿਹੜੀ ਵੰਡ ਛਕਣ ਵਾਲੀ ਗੱਲ ਹੈ ਜੀ, ਉਹਦੇ 'ਚ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਊਗਾ ਜਵਿੰਦਰ ਜੀ, ਜਦੋਂ ਕੜਾਹ ਪ੍ਰਸ਼ਾਦ ਉਹਨਾਂ ਨੇ ਬਣਾਇਆ, ਠੀਕ ਹੈ ਜੀ, ਆਪਣੇ ਘਰਾਂ 'ਚ ਬੰਦਾ, ਮੈਂ ਤਾਂ ਅੱਜ ਜਦੋਂ ਸਵੇਰੇ ਅਜੇ ਉੱਠਿਆ ਹੀ ਸੀਗਾ ਤੇ ਦੇਸੀ ਘਿਓ ਦੇ ਪ੍ਰਸ਼ਾਦ ਦੀ ਸਮੈਲ ਆਈ, ਇੱਕਦਮ ਆਇਆ ਕਿ ਫਟਾਫਟ ਜੀ ਨਹਾ ਧੋ ਕੇ ਤਿਆਰ ਹੋਈਏ ਤੇ ਫਿਰ ਪ੍ਰਸ਼ਾਦ ਛਕਣਾ। ਇੱਦਾਂ ਉਹਨਾਂ ਨੇ ਪ੍ਰਸ਼ਾਦ ਜਦੋਂ ਬਣਾਇਆ, ਉਹਨਾਂ ਕਿਸਾਨਾਂ ਨੇ, ਉਹਨਾਂ ਕਿਰਤੀਆਂ ਨੇ, ਉਹਨਾਂ ਲੋਕਾਂ ਨੂੰ ਵੀ ਛਕਾਇਆ ਜਿਹੜੇ ਹੱਥਾਂ 'ਚ ਡਾਂਗਾਂ ਲੈ ਕੇ ਖੜੀ, ਉਹਨਾਂ ਨੂੰ ਪਤਾ ਕਿ ਡਾਂਗਾਂ ਸਾਡੇ ਪੈਣੀਆਂ। ਉਹਨਾਂ ਨੇ ਕਿਹਾ ਚਲੋ ਡਾਂਗਾਂ ਤੁਸੀਂ ਜਦੋਂ ਮਾਰਨੀਆਂ ਉਹ ਮਾਰ ਲਿਓ, ਆਓ ਆਪਾਂ ਰਲ ਮਿਲ ਕੇ ਬਾਬੇ ਨਾਨਕ ਦਾ ਇਹ ਦਿਨ ਦਿਹਾੜਾ ਜਿਹੜਾ ਮਨਾਈਏ। ਔਰ ਉਹ ਪੁਲਿਸ ਦੇ ਅਫਸਰ ਵੀ ਤੇ ਪੁਲਿਸ ਦੇ ਸਧਾਰਨ ਕਰਮਚਾਰੀ ਵੀ ਇਸ ਗੱਲ ਤੇ ਮਜਬੂਰ ਹੋ ਗਏ, ਹੈਰਾਨ ਵੀ ਹੋਏ ਕਿ ਕਿਹੜੀ ਮਿੱਟੀ ਦੇ ਲੋਕ ਬਣੇ ਹੋਏ। ਹਾਂਜੀ ਹਾਂਜੀ, ਉਹ ਮਿੱਟੀ ਤਾਂ ਉਹੀ ਆ ਨਾ ਜਿਹੜੀ ਜਿਸ ਮਿੱਟੀ ਦੇ ਵਿੱਚ ਬਾਬੇ ਨਾਨਕ ਨੇ, ਜਿਸ ਜ਼ਮੀਨ 'ਚ ਬਾਬੇ ਨਾਨਕ ਨੇ ਹਲ ਵਾਹਿਆ ਸੀ, ਉਹੀ ਜ਼ਮੀਨ ਹੈ, ਉਹੀ ਹੈ ਜੀ, ਉਹੀ ਮਿੱਟੀ ਹੈ, ਉਹੀ ਮਿੱਟੀ ਹੈ, ਉਹੀ ਪੌਣ ਪਾਣੀ ਸਾਰਾ ਕੁਛ। ਜਿਹਦੇ 'ਚ ਜਦੋਂ ਭਾਈ ਤਾਰੂ ਸਿੰਘ ਨੂੰ ਫੌਜ ਫੜਨ ਆਈ, ਮੁਗਲ ਫੌਜ ਫੜਨ ਆਈ, ਤੇ ਉਹਦੀ ਮਾਂ ਲੋਹ ਤੇ ਰੋਟੀਆਂ ਲਾ ਰਹੀ ਸੀ, ਹੱਸਦੀ ਹੋਈ ਕਹਿੰਦੀ ਪੁੱਤਰੋ ਤੁਸੀਂ ਲੈ ਤੇ ਜਾਣਾ ਹੀ, ਇਹਨੂੰ ਪਹਿਲਾਂ ਫੁਲਕਾ ਛਕ ਲਓ। ਹਾਂ ਬਿਲਕੁਲ, ਠੀਕ ਹੈ ਜੀ। ਉਹੀ ਮਿੱਟੀ ਦੇ ਬਣੇ ਆ ਜੀ, ਉਹੀ ਮਿੱਟੀ ਦੇ ਬਣੇ ਆ ਜਿਹਦੇ 'ਚ ਜਦੋਂ ਭਾਈ ਕਨ੍ਹਈਆ ਜੀ ਕਿਸੇ ਥੱਲੇ ਡਿੱਗੇ ਦੁਸ਼ਮਣ ਦੇ ਫੌਜੀ ਨੂੰ ਵੀ ਪਾਣੀ ਪਿਆਉਂਦੇ ਤਾਂ ਉਹਨੂੰ ਉਹ 'ਚ ਰੱਬ ਦੇ ਰੂਪ ਨਜ਼ਰ ਆਉਂਦਾ ਹੈ। ਉਸੇ ਮਿੱਟੀ ਇਹ ਗੱਲ ਸਾਬਤ ਵੀ ਹੋਈ ਸੀ। ਪਾਣੀ ਵਾਲੀ ਤੁਸੀਂ ਪਾਣੀ ਬਣਾਉਣ ਦੀ ਗੱਲ ਕੀਤੀ ਹੈਗੀ, ਜਦੋਂ ਪਾਣੀ ਦੀਆਂ ਬੁਛਾਰਾਂ ਪੈ ਰਹੀਆਂ ਸੀਗੀਆਂ ਕਿਸਾਨਾਂ ਦੇ ਉੱਤੇ, ਉਹਨਾਂ ਨੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਦੂਰ ਭੱਜੇ ਕਿ ਡਰਦੇ। ਕਿੱਡੀ ਬਹਾਦਰੀ ਦੀ ਗੱਲ ਸੀ ਕਿ ਇੱਕ ਨੌਜਵਾਨ ਨੇ, ਹਰਿਆਣੇ ਦਾ ਮੁੰਡਾ, ਪੰਜਾਬੀ, ਉਹਨੇ ਜਾ ਕੇ ਉੱਪਰੋਂ ਪਹਿਲਾਂ ਤਾਂ ਉਹ ਪਾਣੀ ਦੀਆਂ ਬੁਛਾਰਾਂ ਵਾਲੀ ਪਾਈਪ ਜਿਹੜੀ ਸੀ ਉਹਦਾ ਮੂੰਹ ਪੁਲਿਸ ਵੱਲ ਨੂੰ ਕੀਤਾ, ਠੀਕ ਹੈ ਜੀ। ਫਿਰ ਉਹਨੇ ਬੰਦ ਕਰਤੀ, ਬੰਦ ਕਰਕੇ ਕਿੰਨੀ ਜੁਰਤ ਨਾਲ ਉਸ ਉੱਤੋਂ ਹੀ ਛਾਲ ਮਾਰ ਕੇ ਆਪਦੀ ਟਰਾਲੀ ਦੇ ਵਿੱਚ ਵਾਪਸ ਚਲਾ ਗਿਆ। ਭਾਵੇਂ ਉੱਤੇ ਧਾਰਾ 307 ਜਿਹਨੂੰ ਕਹਿੰਦੇ ਆ ਕਿ ਇਰਾਦਾ ਕਤਲ, ਅਟੈਂਪਟ ਟੂ ਮਰਡਰ ਦਾ ਕੇਸ ਹੈਗਾ, ਉਹ ਤੇ ਪਾਤਾ। ਜੇ ਅਟੈਂਪਟ ਟੂ ਮਰਡਰ ਦਾ ਕੇਸ ਕਿਉਂ ਪਾਇਆ ਕਿ ਇੱਕ ਤੂੰ ਜਿਹੜੀ ਉਹ ਪਾਣੀ ਦੀਆਂ ਧਾਰਾਂ ਸੀਗੀਆਂ ਉਹ ਪੁਲਿਸ ਵੱਲੋਂ ਕਰਤੀ, ਤੇ ਜੇ ਪੁਲਿਸ ਨੇ ਲੋਕਾਂ ਵੱਲੋਂ ਕੀਤੀਆਂ ਸੀ ਤੇ ਉਹਦੇ ਤੇ ਕੇਸ ਵੀ 307 ਦਾ ਬਣਦਾ, ਉਹ ਮੁੰਡੇ ਤੇ ਬਣਾਤਾ, ਠੀਕ ਹੈ ਜੀ, ਉਹਦੇ ਬਾਪ ਤੇ ਵੀ ਬਣਾਇਆ। ਤੇ ਇਹ ਇੱਕ ਤਰੀਕੇ ਦੀ ਗੱਲ। ਫਿਰ ਮੈਂ ਉਹ ਪਾਣੀ ਦੀ ਗੱਲ ਕਰਦਾ ਸੀ, ਪਾਣੀ ਦੀਆਂ ਬੁਛਾਰਾਂ ਮਾਰੀਆਂ, ਜਿਨ੍ਹਾਂ ਨੇ ਮਾਰੀਆਂ ਉਹਨਾਂ ਨੇ ਪਾਣੀ ਕਿਸਾਨਾਂ ਕੋਲੋਂ ਮੰਗ ਕੇ ਪੀਤਾ, ਉਹ ਪਾਣੀ ਪਿਲਾ ਰਿਹਾ, ਕੋਈ ਨਾ ਪੀਓ ਜੀ, ਕੋਈ ਗੱਲ ਨਹੀਂ। ਇਹ ਇੱਕ ਫਲਸਫਾ ਜਿਹੜਾ ਇਸ ਤਰੀਕੇ ਦਾ ਹੈਗਾ, ਜਿੰਨਾ ਚਿਰ ਤੱਕ ਅਸੀਂ ਸਾਰੇ ਲੋਕ ਉਸ ਫਲਸਫੇ ਦੀ ਕੰਨੀ ਫੜੀ ਰੱਖਾਂਗੇ, ਉਹਦੇ ਤੇ ਚੱਲਣਾ ਸ਼ਾਇਦ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ। ਸਾਡੇ ਤੁਹਾਡੇ ਅਸੀਂ ਗੱਲਾਂ ਕਰ ਸਕਦੇ ਹਾਂ, ਉੱਥੇ ਤੱਕ ਪਹੁੰਚਣ ਲੱਗਿਆ ਸਾਨੂੰ ਬਹੁਤ ਟਾਈਮ ਲੱਗਣਾ, ਬਹੁਤ ਜਿੱਦਾਂ ਕਹਿੰਦੇ ਨਾ ਸਾਧਨਾ ਕਰਨੀ ਪੈਂਦੀ, ਭਗਤੀ ਕਰਨੀ ਪੈਂਦੀ, ਬਹੁਤ ਜ਼ਿਆਦਾ ਇਨਵੋਲਵਮੈਂਟ ਦੀ ਲੋੜ ਹੈ। ਉਹ ਸ਼ਾਇਦ ਅਸੀਂ ਨਾ ਕਰ ਸਕਦੇ ਹੋਈਏ, ਪਰ ਜੇ ਥੋੜ੍ਹੀ ਜਿਹੀ ਕੰਨੀ ਮਾਤਰ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ, ਉੱਧਰ ਨੂੰ ਚੱਲ ਸਕਦੇ ਹਾਂ, ਤੇ ਇਹਦੇ ਨਾਲ ਦਾ ਫਲਸਫਾ ਮੈਨੂੰ ਤਾਂ ਅੱਜ ਤੱਕ ਕਿਤੇ ਨਹੀਂ ਮਿਲਿਆ ਜੀ। ਬਿਲਕੁਲ ਠੀਕ ਹੈ ਜੀ। ਮੈਂ ਕਿਸੇ ਧਰਮ ਨੂੰ ਛੋਟਾ ਕਰਕੇ ਨਹੀਂ ਕਹਿੰਦਾ, ਕਿਸੇ ਨੂੰ ਬਹੁਤ ਵਡਿਆਉਂਦਾ ਵੀ ਨਹੀਂ, ਕਿਸੇ ਨੂੰ ਨਿੰਦਦਾ ਵੀ ਨਹੀਂ,
ਪਰ ਜਿੰਨੇ ਕੁ ਅਸੀਂ ਕਿਹਨੂੰ ਨਹੀਂ ਜਾਣਦੇ ਜੀ। ਇੱਕ ਮਤਲਬ ਇੰਡੀਆ ਦੀ ਆਪਾਂ ਗੱਲ ਕਰੀਏ, ਉੱਥੇ ਹਿੰਦੂ ਵੀ ਰਹਿੰਦੇ ਆ, ਸਿੱਖ ਵੀ ਰਹਿੰਦੇ ਆ, ਮੁਸਲਿਮ ਵੀ ਰਹਿੰਦੇ, ਈਸਾਈ ਵੀ ਰਹਿੰਦੇ, ਬੋਧੀ, ਜੈਨੀ, ਪਾਰਸੀ, ਸਿੱਖਾਂ ਵਿੱਚੋਂ ਅੱਗੋਂ ਕਿੰਨੀਆਂ ਹੋਰ ਵੱਖਰੀਆਂ ਵੱਖਰੀਆਂ ਧਾਰਾਵਾਂ, ਪੰਥ ਵੱਖਰੇ ਵੱਖਰੇ ਚੱਲੇ ਹੋਏ। ਅਸੀਂ ਕਿਹਨੂੰ ਨਹੀਂ ਜਾਣਦੇ, ਸਾਰਿਆਂ ਨੂੰ ਜਾਣਦੇ। ਮੈਂ ਕਿਸੇ ਨੂੰ ਨਿੰਦਦਾ ਨਹੀਂ, ਪਰ ਮੈਂ ਇੱਕ ਫਲਸਫਾ ਜਿਹੜਾ ਬਾਬੇ ਨਾਨਕ ਦਾ, ਉਹਦੀ ਡਟਵੀਂ ਸਪੋਰਟ ਕਰਨਾ ਤੇ ਰਜੀਵੀਂ ਪ੍ਰਸ਼ੰਸਾ ਕਰਨਾ। ਬਿਲਕੁਲ ਠੀਕ ਹੈ ਜੀ। ਮੈਂ ਤੁਹਾਨੂੰ ਦੱਸਦਾ ਕਿ ਮੈਂ ਅੰਮ੍ਰਿਤਸਰ 13 ਸਾਲ ਜੌਬ ਕੀਤੀ ਹੈ। ਅੰਮ੍ਰਿਤਸਰ ਜਿਹੜਾ ਉਹ ਵਾਘੇ ਬਾਰਡਰ ਤੋਂ ਤਕਰੀਬਨ 22 ਕਿਲੋਮੀਟਰ ਦੂਰ ਹੈ। ਠੀਕ ਹੈ ਜੀ, 22 ਕਿਲੋਮੀਟਰ ਦੂਰ ਹੈ, ਨਹੀਂ 30 ਕਿਲੋਮੀਟਰ ਦੂਰ ਹੈ ਤਕਰੀਬਨ। ਤੇ ਵਾਘੇ ਤੋਂ ਲਾਹੌਰ ਜਿਹੜਾ ਉਹ 22 ਕਿਲੋਮੀਟਰ ਹੈ, ਟੋਟਲ 52 ਕਿਲੋਮੀਟਰ ਦਾ ਫਰਕ ਹੈ ਅੰਮ੍ਰਿਤਸਰ ਤੋਂ ਲੈ ਕੇ ਲਾਹੌਰ ਤੱਕ ਦਾ। ਤੇ ਲਾਹੌਰ ਤੋਂ ਨਨਕਾਣਾ ਸਾਹਿਬ ਸ਼ਾਇਦ 150 ਕਿਲੋਮੀਟਰ ਜਾਂ 175 ਅੱਗੇ ਕਿਲੋਮੀਟਰ ਹੋਰ। ਹਾਂਜੀ 200 ਕਿਲੋਮੀਟਰ ਹੋ ਗਿਆ। 200 ਕਿਲੋਮੀਟਰ। ਉੱਥੋਂ ਦੀ ਇੱਕ ਚੌਧਰੀ ਕਹਿ ਲਓ ਜਾਂ ਜਗੀਰਦਾਰ ਕਹਿ ਲਓ, ਉਹ ਅੰਮ੍ਰਿਤਸਰ ਆਪਣਾ ਇਲਾਜ ਕਰਾਉਣ ਆਉਂਦਾ ਹੁੰਦਾ ਸੀ। ਅੱਛਾ ਜੀ। ਤੇ ਹੋਟਲ 'ਚ ਠਹਿਰਦਾ ਹੁੰਦਾ ਸੀ। ਉਦੋਂ ਬੌਧਿਕਤਾ ਜਿਹੜੀ ਇੰਨੀ ਵਿਕਸਿਤ ਨਹੀਂ ਸੀ ਕਿ ਆਪਾਂ ਕੋਈ ਕੁਐਸਚਨ ਪੁੱਛ ਸਕਦੇ। ਪਰ ਜਦੋਂ ਮੈਨੂੰ ਵੇਖਣਾ ਉਹਨੇ ਖਲੋਤੇ ਨੂੰ ਉੱਥੇ, ਮੇਰੇ ਕੋਲ ਆ ਜਾਣਾ, ਕਹਿੰਦਾ ਯਾਰ ਜਿਹੜਾ ਅਸੀਂ ਤੁਹਾਡਾ ਨਨਕਾਣਾ ਜਦੋਂ ਜਾਂਦੇ ਆ ਨਾ, ਤੁਹਾਡਾ ਕਹਿੰਦਾ ਸਾਡਾ ਹੀ ਆ ਉਹ। ਤੇ ਕਹਿੰਦਾ ਉਹ 'ਚ ਬਾਬੇ ਨਾਨਕ ਦੀ ਖੁਸ਼ਬੂ ਆਉਂਦੀ ਹੈ। ਮਿੱਟੀ ਚੋਂ ਬਿਲਕੁਲ। ਉਹਨੇ ਗੱਲ ਕਹਿਣੀ ਤੇ ਮੇਰਾ ਵੀ ਥੋੜਾ ਹਾਸਾ ਨਿਕਲ ਜਾਣਾ, ਤੇ ਨਾਲ ਜਿਹੜੇ ਮੇਰੇ ਹੋਰ ਬੰਦੇ ਉਹ ਵੀ। ਤੇ ਮਿੱਟੀ ਚੋਂ ਕਿੱਦਾਂ ਖੁਸ਼ਬੂ ਆ ਸਕਦੀ? ਪਤਾ ਨਹੀਂ। 550 ਸਾਲ ਪੁਰਾਣਾ ਕੋਈ ਬੰਦਾ ਹੈ, ਇਨਸਾਨ ਹੈ, ਰਹਿਬਰ ਹੈ, ਉਹਦੀ ਖੁਸ਼ਬੂ ਕਿਸ? ਕਹਿੰਦਾ ਕਿਤੇ ਆਓਗੇ ਨਾ ਤੁਸੀਂ ਤੇ ਨਨਕਾਣਾ ਸਾਹਿਬ ਦੀ ਜੂਹ 'ਚ ਫਿਰ ਕੇ ਵੇਖਿਓ, ਤੁਹਾਨੂੰ ਜਗ੍ਹਾ ਜਗ੍ਹਾ ਬਾਬਾ ਨਾਨਕ ਫਿਰਦਾ, ਹਲ ਵਾਉਂਦਾ, ਵਾਹੀ ਕਰਦਾ ਤੁਹਾਨੂੰ ਦਿਸਦਾ, ਡੰਗਰ ਚਾਰਦਾ। ਕਹਿੰਦਾ ਦੂਰੋਂ ਭਾਪ ਮਾਰਦਾ ਕਿ ਕੋਈ ਡੰਗਰ ਚਾਰੇ, ਬਾਬਾ ਨਾਨਕ ਡੰਗਰ ਚਾਰ। ਠੀਕ ਹੈ ਜੀ। ਤੇ ਉਹ ਕਹਿੰਦਾ ਵੀ ਅੱਜ ਪਾਣੀਆਂ 'ਚੋਂ ਖੁਸ਼ਬੂ ਆਉਂਦੀ, ਕਹਿੰਦਾ ਗੰਨਿਆਂ 'ਚੋਂ, ਰੋਹ 'ਚੋਂ ਕਹਿੰਦਾ ਖੁਸ਼ਬੂ ਆਉਂਦੀ। ਕਹਿੰਦਾ ਮੈਂ ਸਾਨੂੰ ਹੱਸਦਿਆਂ ਵੇਖ ਕੇ ਕਹਿੰਦਾ ਤੁਸੀਂ ਮਜ਼ਾਕ ਨਾ ਸਮਝੋ, ਕਿਤੇ ਲਾਈਫ 'ਚ ਮੌਕਾ ਮਿਲੇ ਜਾ ਕੇ ਦੇਖਿਓ, ਤੁਸੀਂ ਖੁਦ ਮੰਨੋਗੇ। ਬਿਲਕੁਲ ਠੀਕ ਹੈ ਜੀ। ਇਹ ਜਿਹੜੀ ਗੱਲ ਤੁਸੀਂ ਕਹੀ ਜੀ, ਮੈਂ ਬਹੁਤ ਸਾਰੇ ਲੋਕਾਂ ਨਾਲ ਮੇਰਾ ਵਾਹ ਪਿਆ ਇੱਥੇ ਕੈਨੇਡਾ ਆ ਕੇ। ਇੰਡੀਆ ਵਿੱਚ ਮੇਰੇ ਚਲੋ ਬਹੁਤੇ ਜ਼ਿਆਦਾ ਮੁਸਲਿਮ ਭਾਈਚਾਰੇ ਦੇ ਦੋਸਤਾਂ ਮਿੱਤਰਾਂ ਨਾਲ ਇੰਨਾ ਕੋਈ ਸੰਬੰਧ ਨਹੀਂ ਸੀ ਹੁੰਦਾ। ਇੱਕ ਅੱਧੇ ਦੇ ਘਰ 'ਚ ਹੀ ਆਉਣ ਜਾਣ ਸੀ ਜਾਂ ਉਹ ਸਾਡੇ ਆਉਂਦਾ ਸੀ। ਇੱਥੇ ਮੈਨੂੰ ਮੇਰੇ ਕਲਾਇੰਟ ਦੇ ਤੌਰ 'ਤੇ ਬਹੁਤ ਫੈਮਲੀਜ਼ ਨਾਲ ਵਾਹ ਵਾਸਤਾ ਪਿਆ। ਉਹਨਾਂ ਨੇ ਅਖੀਰ 'ਤੇ ਜਦੋਂ ਉਹਨੂੰ ਕਹਿਣਾ ਵੀ ਤੁਹਾਡੀ ਮੌਰਗੇਜ ਹੋ ਗਈ ਹੈ ਜੀ, ਅਤੇ ਕਦੀ ਫਿਰ ਸੇਵਾ ਦਾ ਮੌਕਾ ਮਿਲਿਆ ਤਾਂ ਦੱਸਿਓ। ਉਹਨਾਂ ਨੇ ਕਹਿਣਾ ਜੀ ਇੱਕ ਸੇਵਾ ਤੁਹਾਡੇ ਕੋਲ ਦੇਣੀ ਅਤੇ ਇੱਕ ਸੇਵਾ ਤੁਹਾਡੇ ਕੋਲ ਲੈਣੀ। ਉਹ ਸੇਵਾ ਕੀ ਹੁੰਦੀ ਸੀ ਜੀ? ਉਹਨਾਂ ਕਹਿਣਾ ਜੀ ਸੇਵਾ ਦੇਣੀ ਤੁਹਾਨੂੰ ਇਹ ਹੈ ਕਿ ਤੁਸੀਂ ਆਪਣੇ ਪੁਰਖਿਆਂ ਦੀ ਧਰਤੀ 'ਤੇ ਜਾਈਓ ਜ਼ਰੂਰ। ਸੇਵਾ ਲੈਣੀ ਕੀ ਹੈ ਜੀ? ਜਦੋਂ ਤੁਸੀਂ ਇੱਥੇ ਆਓਗੇ ਤਾਂ ਸਾਨੂੰ ਯਾਦ ਕਰਿਓ, ਅਸੀਂ ਤੁਹਾਡੀ ਜਿਹੜੀ ਇੱਜ਼ਤ ਮਾਣ ਅਸੀਂ ਕਰਾਂਗੇ, ਵੈਲਕਮ ਤੁਹਾਨੂੰ ਅਸੀਂ ਕਰਾਂਗੇ। ਦੋਨੋਂ ਗੱਲਾਂ ਉਹਨਾਂ ਨੇ ਆਪਦੇ ਹਿੱਸੇ ਲੈ ਲਈਆਂ। ਇਹ ਮਤਲਬ ਉਹਨਾਂ ਦੀ ਬਹੁਤ ਵੱਡੀ ਦਿਆਨਤਦਾਰੀ ਹੈ, ਬੜਾ ਸਾਦੀ ਉਹਨਾਂ ਦੀ ਸਾਦ ਮੁਰਾਦੀ ਗੱਲ ਹੈ। ਔਰ ਇੱਕ ਮੈਂ ਨੋਟਿਸ ਹੋਰ ਕੀਤੀ ਸੀ ਗੱਲ ਪਿੱਛੇ ਜਿਹੇ, ਪਾਕਿਸਤਾਨ ਦੀ ਇੱਕ ਕੋਰਟ ਦੇ ਵਿੱਚ ਕੇਸ ਕਈ ਸਾਲ ਲੱਗਾ ਰਿਹਾ। ਉਹ ਕੇਸ ਕੀ ਸੀ ਜੀ? ਰਾਏ ਬੁਲਾਰ ਨੇ ਬਹੁਤ ਸਾਲ ਪਹਿਲਾਂ ਜਦੋਂ ਇੱਕ ਵੱਡੀ ਜ਼ਮੀਨ ਦਾ ਟੁਕੜਾ, ਬਹੁਤ ਵੱਡਾ, ਸੈਂਕੜੇ ਏਕੜ ਜ਼ਮੀਨ ਬਾਬੇ ਨਾਨਕ ਦੇ ਨਾਂ ਤੇ, 1700 ਏਕੜ ਹੈ ਸ਼ਾਇਦ। ਠੀਕ ਹੈ ਜੀ। ਉਹ ਜਿਹੜੇ ਰਾਏ ਬੁਲਾਰ ਦੇ ਅੱਗੋਂ ਪੋਤੇ ਪੜੋਤੇ, ਪਤਾ ਨਹੀਂ ਕਿੰਨਵੀਂ ਪੀੜ੍ਹੀ ਹੋਊਗੀ, 5ਵੀਂ ਜਾਂ 7ਵੀਂ 10ਵੀਂ ਪੀੜ੍ਹੀ, ਉਹਨਾਂ ਨੇ ਉੱਤੇ ਆਪਦਾ ਹੱਕ ਜ਼ਾਹਰ ਕੀਤਾ ਕਿ ਇਹ ਜ਼ਮੀਨ ਸਾਡੇ ਪੁਰਖਿਆਂ ਦੀ ਹੈ। ਉਹਨੇ ਬਾਬੇ ਨਾਨਕ ਨੂੰ ਦਿੱਤੀ ਸੀ, ਬਾਬਾ ਨਾਨਕ ਤਾਂ ਹੁਣ ਹੈ ਨਹੀਂ, ਉਹ ਜ਼ਮੀਨ ਸਾਨੂੰ ਵਾਪਸ ਦਿਵਾਈ ਜਾਵੇ। ਪਾਕਿਸਤਾਨ ਦੀ ਕੋਰਟ ਨੇ, ਲਾਹੌਰ ਹਾਈ ਕੋਰਟ ਨੇ ਫੈਸਲਾ ਕੀਤਾ ਕਿ ਇਹ ਬਾਬੇ ਨਾਨਕ ਦੇ ਨਾਂ ਤੇ ਹੈ। ਬਾਬਾ ਨਾਨਕ ਇੱਥੇ ਚਾਹੇ ਹੈ ਤੇ ਚਾਹੇ ਨਹੀਂ ਹੈ, ਤੁਸੀਂ ਜਾ ਕੇ ਵੇਖੋ, ਉੱਥੇ ਤੁਹਾਨੂੰ ਹਰ ਜਗ੍ਹਾ ਬਾਬਾ ਨਾਨਕ ਦਿਸੂਗਾ। ਮੈਂ ਕੋਰਟ ਦੇ ਜੱਜ ਨੇ ਕਿਹਾ ਮੈਂ ਕਿਹੜੇ ਕਾਨੂੰਨ ਤਹਿਤ ਤੁਹਾਨੂੰ ਉਹ ਜ਼ਮੀਨ ਵਾਪਸ ਲੈ ਕੇ ਦੇਵਾਂ, ਇਹ ਪੋਸੀਬਲ ਨਹੀਂ ਹੈ। ਉਹਨੇ ਨਾਲ ਇਹ ਵੀ ਨਹੀਂ ਕਿਹਾ ਕਿ ਮੈਂ ਡਿਕਰੀ ਕਰ ਰਿਹਾ ਤੁਸੀਂ ਲੈ ਨਹੀਂ ਸਕਦੇ। ਉਹਨੇ ਕਿਹਾ ਤੁਸੀਂ ਕੋਰਟ 'ਚ ਖਲੋ ਕੇ ਕਹੋ ਕਿ ਅੱਜ ਤੋਂ ਬਾਅਦ ਸਾਡੀ ਆਉਣ ਵਾਲੀ ਕੋਈ ਵੀ ਪੀੜ੍ਹੀ ਜਿਹੜੀ ਆ ਉਸ ਜ਼ਮੀਨ 'ਤੇ ਆਪਣਾ ਹੱਕ ਨਹੀਂ ਕਰੂਗੀ। ਇਹ ਬਾਬੇ ਨਾਨਕ ਦਾ ਸਤਿਕਾਰ। ਠੀਕ ਹੈ ਜੀ। ਇਸ ਤਰੀਕੇ ਨਾਲ ਹੁਣ ਮਤਲਬ ਹੁਣ ਦੂਸਰੇ ਗੱਲਾਂ 'ਤੇ ਆਈਏ। ਅਸੀਂ ਲੋਕਾਂ ਨੇ ਬਾਬੇ ਨਾਨਕ ਨਾਲ ਬਹੁਤ ਸਾਰੀਆਂ ਕਥਾ ਕਹਾਣੀਆਂ ਜੋੜ ਕੇ ਉਹਨੂੰ ਆਪਦੀ ਸ਼ਰਧਾ, ਆਪਦਾ ਸਤਿਕਾਰ, ਆਪਦੀ ਇੱਜ਼ਤ ਦੇਣ ਦੀ ਕੋਸ਼ਿਸ਼ ਕੀਤੀ ਹੈਗੀ। ਪਰ ਕਈ ਵਾਰੀ ਅਸੀਂ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਹਾਂ ਜਿਹੜੀਆਂ ਸਾਇੰਟੀਫਿਕ ਨਹੀਂ ਲੱਗਦੀਆਂ, ਜਿਹੜੀਆਂ ਉਹਨਾਂ ਦੇ ਵੱਲੋਂ ਜੋ ਜੀਵਨ ਜਿਉਣ ਦਾ ਤਰੀਕਾ ਦੱਸਿਆ ਗਿਆ
ਉਹਦੇ ਮੁਤਾਬਕ ਪੂਰੀਆਂ ਨਹੀਂ ਉਸ ਟੁੱਟਦੀਆਂ, ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਉਸ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਪਰ ਜਦੋਂ ਤੁਸੀਂ ਉਹਨੂੰ ਉਹਦੀ ਕੋਈ ਵੀ ਗੱਲ ਨੂੰ ਗੁਰਬਾਣੀ ਤੇ ਗੁਰਬਾਣੀ ਦੀ ਕਸਵੱਟੀ ਤੇ ਲੈ ਕੇ ਚੱਲੋਗੇ ਨਾ ਜੀ, ਤੇ ਉਹ ਤੁਹਾਨੂੰ ਲੱਗੇਗਾ ਕਿ ਇੰਨਾ ਵੱਡੇ ਦਾਰਸ਼ਨਿਕ ਦਾ ਤੁਸੀਂ ਵਿਖਿਆਨ ਜਿਹੜਾ ਸੁਣ ਰਹੇ ਹੋ, ਕੱਲੀ ਕੱਲੀ ਗੱਲ ਦਾ ਇੰਨਾ ਡੂੰਘਾ ਅਰਥ, ਇੰਨੇ ਡੂੰਘੇ ਉਹਦਾ ਜ਼ਿੰਦਗੀ ਜਿਉਣ ਦਾ ਚੱਜ ਦੱਸਿਆ ਗਿਆ ਉਹਦੇ 'ਚ। ਜੇ ਅਸੀਂ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕਰੀਏ ਤੇ ਸੱਚੀ ਮੁੱਚੀ ਬਾਬੇ ਨਾਨਕ ਨੂੰ ਅੱਜ ਯਾਦ ਕਰਨ ਵਾਲਾ ਦਿਨ ਬਣ ਸਕਦਾ। ਪਰ ਅਸੀਂ ਕਈ ਵਾਰੀ ਫਾਰਮੈਲਿਟੀ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸੀ ਗੱਲ ਕਿ ਸਵੇਰੇ ਸਵੇਰੇ ਸਾਡੇ ਘਰ ਦਾ ਪ੍ਰਸ਼ਾਦ ਬਣਾਇਆ, ਅਸੀਂ ਹੱਥ ਜੋੜ ਕੇ ਲੈ ਲਿਆ, ਖਾ ਲਿਆ, ਗੱਲ ਖਤਮ। ਹਾਂਜੀ, ਇਹ ਲਈ ਇੰਨੀ ਗੱਲ ਨਹੀਂ ਅਸਲ 'ਚ ਹੈਗੀ ਕਿ ਪ੍ਰਸ਼ਾਦ ਬਣਾ ਲੈਣਾ ਜਾਂ ਉਹਦੇ ਬਾਬੇ ਨਾਨਕ ਦੀ ਫੋਟੋ ਤੇ ਮੇਰੇ ਹੱਥ ਜੋੜ ਕੇ 2 ਮਿੰਟ ਲਈ ਅੱਖਾਂ ਬੰਦ ਕਰਕੇ ਖਲੋ ਜਾਣਾ। ਗੱਲ ਤਾਂ ਸਿਰਫ ਇਹ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਉਹਨਾਂ ਦੀ ਫਿਲਾਸਫੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਸਮਝਣ ਦੀ ਪਹਿਲਾਂ ਤਾਂ ਸੁਣਨ ਦੀ ਗੱਲ, ਫਿਰ ਸਮਝਣ ਦੀ ਗੱਲ, ਫਿਰ ਆਪਣੇ ਆਪ ਨੂੰ ਢਾਲਣ ਦੀ ਗੱਲ, ਜਿੰਨਾ ਚਿਰ ਤੱਕ ਆਪਾਂ ਨਹੀਂ ਕਰਦੇ ਉਹਨਾਂ ਚਿਰ ਤੱਕ ਇਹ ਸਾਰੀਆਂ ਗੱਲਾਂ ਬੇਅਰਥ ਰਹਿੰਦੀਆਂ। ਠੀਕ ਹੈ, ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਮੈਂ ਤੁਹਾਨੂੰ ਇੱਕ ਦੱਸਦਾ ਗੱਲ ਕਿ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਜੇ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਹੈਗੇ ਨੇ, ਸਿਧਾਂਤ ਨੇ, ਜਾਂ ਉਹਨਾਂ ਦੀ ਜਿਹੜੀਆਂ ਕਹੀਆਂ ਗੱਲਾਂ 'ਤੇ ਆਪਾਂ ਅਸਰ ਨਹੀਂ ਕਰਦੇ, ਤੇ ਫਿਰ ਸਾਨੂੰ ਉਹਨਾਂ ਦੇ ਗੁਰਪੁਰਬ ਮਨਾਉਣ ਦਾ ਵੀ ਹੱਕ ਨਹੀਂ ਹੈਗਾ। ਕੋਈ ਫਾਇਦਾ ਵੀ ਨਹੀਂ, ਕੋਈ ਬਣਦੀ ਵੀ ਨਹੀਂ ਗੱਲ ਐਵੇਂ। ਹਾਂਜੀ, ਉਹ ਕਹਿੰਦੇ ਸੀ ਸੱਚ ਸੁਣਾਈ ਸੀ ਸੱਚ ਕੀ ਬੇਲਾ। ਬਿਲਕੁਲ। ਜੇ ਸੱਚ ਜਿਹੜਾ ਇੱਕ ਤੁਸੀਂ ਜਦੋਂ ਸੱਚ ਬੋਲਣ ਦੀ ਲੋੜ ਹੈ ਉਸ ਟਾਈਮ ਤੇ ਨਹੀਂ ਬੋਲਦੇ, ਤੇ ਉਹ ਝੂਠ, ਬੋਲੇ ਹੋਏ ਝੂਠ ਨਾਲੋਂ ਵੀ ਭੈੜਾ ਹੈਗਾ। ਠੀਕ ਹੈ ਜੀ। ਜੇ ਅਗਰ ਤੁਸੀਂ ਕਿਸੇ ਨਾਲ ਹੇਰਾਫੇਰੀ ਕਰਕੇ ਉਹਦਾ ਹੱਕ ਮਾਰਦੇ ਹੋ ਤਾਂ ਬੜੀ ਖਰਾਬ ਚੀਜ਼ ਹੈ। ਠੀਕ ਹੈ ਜੀ। ਬਾਕੀ ਬਾਬੇ ਨਾਨਕ ਦੀ ਦਾ ਫਲਸਫਾ ਜਿਹੜਾ ਜਾਂ ਇੱਕ ਦਲੇਰੀ ਜਿਹੜੀ ਹੈ, ਉਹ ਇਸ ਚੀਜ਼ ਤੋਂ ਵੀ ਝਲਕਦੀ ਹੈ ਕਿ ਬਾਬਰ ਨੇ ਅਟੈਕ ਕੀਤਾ ਉਸ ਟਾਈਮ ਤੇ। ਬਿਲਕੁਲ, ਬਹੁਤ। ਔਰ ਬਾਬਰ ਨੂੰ ਜ਼ਾਬਰ ਕਹਿਣਾ ਉਹਦੇ ਮੂੰਹ ਤੇ। ਠੀਕ ਹੈ ਜੀ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਇਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ। ਪਾਪ ਕੀ ਜੰਦ ਲੈ ਕਾਬਲੋਂ ਤਾਂ ਜੋਰੀ ਮੰਗੇ ਦਾਲ ਮੇ ਲੈ ਲਓ। ਇਹ ਚੀਜ਼ਾਂ ਜਿਹੜੀਆਂ ਨਾ, ਇਹ ਦੇਖੋ ਬੜੇ ਬੜੇ ਜਿਹੜੇ ਨੇ ਬੰਦੇ, ਜਿਹੜੇ ਕਹਿੰਦੇ ਕੁੰਦੇ ਬੰਦੇ ਨੇ, ਸੱਚ ਬੋਲਣ ਤੋਂ ਡਰ ਜਾਂਦੇ ਨੇ। ਹੁਣ ਮੇਰੇ ਬਿਜ਼ਨਸ ਤੇ ਨਾ ਇਫੈਕਟ ਪੈ ਜਾਏ ਕਿਤੇ। ਹੁਣ ਬਾਬੇ ਨਾਨਕ ਨੇ ਜਦੋਂ ਇਹ ਗੱਲ ਕਹੀ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਉਹ ਕਿਸੇ ਦੇਸ਼ ਦਾ ਰਾਸ਼ਟਰਪਤੀ ਤਾਂ ਨਹੀਂ ਸੀ। ਹਾਂਜੀ। ਉਹ ਦੇਸ਼ ਦਾ ਕਿਸੇ ਦਾ ਪ੍ਰਧਾਨ ਮੰਤਰੀ ਤਾਂ ਨਹੀਂ ਸੀ ਕਿ ਉਹਨੇ ਦੂਜੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਜਾਂ ਉੱਥੋਂ ਦੇ ਹੁਕਮਰਾਨ ਨੂੰ ਇਹ ਚੈਲੰਜ ਕੀਤਾ ਕਿ ਤੂੰ ਪਾਪ ਦੀ ਜੰਜ ਲੈ ਕੇ ਆਇਆ। ਉਹ ਇੱਕ ਦਾਨਸ਼ਵਰ ਸੀ ਬੰਦਾ। ਉਹਨੇ ਇਹ ਗੱਲ ਕਹੀ, ਉਹਦਾ ਪਿੱਛੇ ਕਿੱਡਾ ਵੱਡਾ ਮਕਸਦ ਸੀ, ਕਿੱਡਾ ਵੱਡਾ ਸੁਨੇਹਾ ਸੀ। ਉਸ ਸੁਨੇਹੇ ਨੂੰ ਪੱਲੇ ਬੰਨ੍ਹ ਕੇ ਅੱਗੇ ਬਹੁਤ ਵਧਿਆ ਜਾ ਸਕਦਾ। ਸ਼ਾਇਦ ਕਿਸਾਨਾਂ ਨੇ ਉਹੀ ਬੰਨਿਆ ਹੋਇਆ। ਬਿਲਕੁਲ। ਉਹ ਅੱਜ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਚੈਲੰਜ ਕਰ ਰਹੇ, ਦਿੱਲੀ ਸਰਕਾਰ ਨੂੰ ਕਹਿ ਰਹੇ ਆ ਕਿ ਅਸੀਂ ਤੇਰੀ ਕੋਈ ਈਨ ਨਹੀਂ ਮੰਨਣੀ, ਅਸੀਂ ਤੇਰੇ ਵੱਲੋਂ ਕੀਤੇ ਗਏ ਜਿਹੜੇ ਬਣਾਏ ਗਏ ਜਾਲ ਆ ਉਹਦੇ 'ਚ ਫਸਣਾ ਨਹੀਂ, ਅਸੀਂ ਫਸਣਾ ਨਹੀਂ। ਅਸੀਂ ਇਹ ਜਿਹੜੀ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ, ਆਪਦੀ ਹੱਕ ਸੱਚ ਦੀ ਲੜਾਈ ਲੜ ਰਹੇ ਹਾਂ, ਹੱਕ ਲੈ ਰਹੇ ਹਾਂ, ਸਾਡੇ ਨਾਲ ਹੱਕ ਖੋਏ ਜਾ ਰਹੇ ਆ, ਲੈਣ ਜਾ ਰਹੇ ਆ। ਅਸੀਂ ਉਹ ਲੜਾਈ ਜਿੱਤ ਕੇ ਹਟਾਂਗੇ ਔਰ ਉਹ ਤੋਂ ਪਿੱਛੇ ਕਦਮ ਨਹੀਂ ਪੁੱਟਾਂਗੇ। ਇੱਕ ਛੋਟੀ ਜੀ ਗੱਲ, ਛੋਟੀ ਨਹੀਂ, ਬਹੁਤ ਮਹੱਤਵਪੂਰਨ ਗੱਲ। ਕਿਸਾਨ ਜਿਹੜੇ ਜੀ, ਉਹ ਕਿਸੇ ਉਮਰ ਦੇ ਵੀ ਹੈਗੇ ਆ, ਉਹ ਇਸ ਮੋਰਚੇ 'ਚ ਸ਼ਾਮਲ ਹੈ। ਚਾਹੇ ਉਹ 20 ਸਾਲਾਂ 15 ਸਾਲਾਂ ਦਾ ਜਵਾਨ ਹੈ ਤੇ ਭਾਵੇਂ 85 ਸਾਲਾਂ ਦਾ ਬਜ਼ੁਰਗ ਹੈ। ਲੜਕੀਆਂ ਭਾਵੇਂ 15-20 ਸਾਲਾਂ ਦੀਆਂ ਤੇ ਭਾਵੇਂ 85 ਸਾਲਾਂ ਦੀਆਂ ਬੁੱਢੀਆਂ ਮਾਈਆਂ ਉਹ ਹੈਗੇ। ਕੱਲ ਇੱਕ ਘਟਨਾ ਵਾਪਰੀ ਜੀ, ਦੇਸ਼ ਦੀ ਸਰਹੱਦ ਦੇ ਉੱਤੇ 21 ਸਾਲਾਂ ਦਾ ਨੌਜਵਾਨ ਸ਼ਹੀਦੀ ਪਾ ਗਿਆ। ਹਾਂਜੀ। ਉਹਦਾ ਬਾਪ ਕਿਸਾਨੀ ਮੋਰਚੇ 'ਚ ਬੈਠਾ ਉੱਥੇ ਦਿੱਲੀ। ਹਾਂਜੀ। ਉਹ ਮੋਰਚੇ 'ਚ ਬੈਠਾ, ਉਹ ਵੀ ਮੋਰਚੇ 'ਚ, ਉਹ ਵੀ ਮੋਰਚੇ 'ਚ। ਯਾਰ ਦੇਖ ਲਓ ਕਿੰਨੀ ਤਰਾਸਦੀ ਹੈ। ਇਹ ਬਾਬੇ ਨਾਨਕ ਦਾ ਫਲਸਫੇ ਦੀ ਗੱਲ ਹੈ ਇੱਕ ਪਾਸੇ। ਔਰ ਉਹ ਜਦੋਂ ਉਹਨੇ ਕਿਹਾ, ਉਹਨੇ ਉਸ ਦੂਸਰੇ ਦੇਸ਼ ਦੇ ਹੁਕਮਰਾਨ ਨੂੰ ਚੈਲੰਜ ਕੀਤਾ ਕਿ ਮੇਰੀ ਹਿੱਕ 'ਚ ਗੋਲੀ ਮਾਰ, ਤੇ ਉਹ ਇੱਕ ਦੀ ਗੋਲੀ ਉਹਨੇ ਖਾ ਲਈ ਤੇ ਸ਼ਹੀਦੀ ਪ੍ਰਾਪਤ ਕੀਤੀ। ਅੱਜ ਸਾਰਾ ਦੇਸ਼ ਉਹਦੀ ਸ਼ਹੀਦੀ ਤੇ ਫਖਰ ਕਰ ਰਿਹਾ। ਇੱਕ ਪਾਸੇ ਉਹ ਬਾਪ ਜਿਹੜਾ ਸਮੇਂ ਦੇ ਹਾਕਮ ਨੂੰ ਕਹਿ ਰਿਹਾ, ਆਪਦੇ ਦੇਸ਼ ਦੇ ਹਾਕਮ ਨੂੰ ਕਹਿ ਰਿਹਾ ਕਿ ਮੈਂ ਤਾਂ ਗੋਲੀਆਂ ਖਾਣ ਲਈ ਤਿਆਰ ਬੈਠਾ, ਮਾਰ ਮੇਰੀ ਹਿੱਕ 'ਚ ਗੋਲੀ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ ਜੀ। ਦੇਖੋ, ਇਹ ਦੇਖਣ ਵਾਲੇ ਨੂੰ ਤੇ ਲੱਗਦੀ ਕਿ ਆਮ ਹੈ, ਲੇਕਿਨ ਜਿਸ ਬੰਦੇ ਤੇ ਬੀਤਦੀ ਆ ਉਹਨੂੰ ਪਤਾ ਹੁੰਦਾ।
ਮੈਂ ਅੱਜ ਉਹਦੇ ਬਾਪ ਦੀ ਇੰਟਰਵਿਊ ਦੇਖੀ ਹੈਗੀ ਆ, ਉਹਦੇ ਕੋਲ ਬੋਲਿਆ ਨਹੀਂ ਸੀ ਜਾ ਰਿਹਾ ਵਿਚਾਰੇ ਕੋਲੋਂ, ਠੀਕ ਹੈ ਜੀ। ਨੈਚੁਰਲ ਇਹ ਰਿਐਕਸ਼ਨ ਹੈਗਾ ਜਦੋਂ ਤੁਹਾਡਾ 21 ਸਾਲ ਦਾ ਨੌਜਵਾਨ, ਜਿਹੜਾ ਮੈਂ ਕੰਪੇਅਰ ਕਰ ਰਿਹਾ ਸੀ ਆਪਣੇ ਕਿ ਮੈਂ 21 ਸਾਲ ਦੇ ਵੇਲੇ ਮੈਂ ਜਦੋਂ ਸੀ ਮੈਂ ਕੀ ਕਰਦਾ ਸੀ। ਮੈਨੂੰ ਯਾਦ ਹੈ ਮੈਂ ਆਪਣੇ ਫਾਦਰ ਸਾਹਿਬ ਨੂੰ ਪਹਿਲੀ ਤਨਖਾਹ ਲਿਆ ਕੇ ਦਿੱਤੀ ਸੀ ਉਸ ਵੇਲੇ, ਠੀਕ ਹੈ ਜੀ। ਤੇ ਮਤਲਬ ਕਿੰਨਾ ਮਾਂ-ਬਾਪ ਨੂੰ ਹੁੰਦਾ, ਉਮੀਦਾਂ ਹੁੰਦੀਆਂ ਆਪਣੇ ਬੱਚਿਆਂ ਔਰ ਉਹਨਾਂ ਦੇ ਜਿਹੜਾ ਰਿਐਕਸ਼ਨ ਸੀ ਨਾ ਕਿ ਜਿਸ ਤਰ੍ਹਾਂ ਬਹੁਤ ਵੱਡਾ ਭਾਰ ਲੱਥ ਕੇ ਆਉਂਦਾ ਜੇ ਬਹੁਤ ਵੱਡੀ ਆਸ ਦੀ ਕਿਰਨ ਜਾਗੀ। ਵੈਸੇ ਕਰਕੇ ਨਹੀਂ, ਸਿਰਫ ਇਸ ਕਰਕੇ ਕਿ ਚੱਲ ਜਿਹੜਾ ਮੇਰਾ ਲਾਇਆ ਬੂਟਾ ਹੈਗਾ ਉਹ ਫਲ ਦੇਣਾ ਸ਼ੁਰੂ ਹੋ ਗਿਆ, ਠੀਕ ਹੈ ਜੀ। ਸੋ ਹਰ ਬਾਪ ਨੂੰ ਹੁੰਦਾ, ਆਸ ਹੁੰਦੀ ਹੈ ਕਿ ਬੇਟਾ ਜਿਹੜਾ, ਲੇਕਿਨ 21 ਸਾਲ ਦੇ 20 ਸਾਲ ਦੇ ਬੇਟੇ ਦੀ ਅਰਥੀ ਨੂੰ ਮੋਢਾ ਦੇਣਾ ਬੜੀ ਵੱਡੀ ਗੱਲ ਬਹੁਤ ਵੱਡੀ ਗੱਲ। ਜਵੰਦਰ ਜੀ, ਮੈਂ ਇਹ ਕਹਿਣਾ ਮੁਨਾਸਬ ਨਹੀਂ ਸਮਝਦਾ, ਮੈਨੂੰ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਬਾਬੇ ਨਾਨਕ ਦੀ ਧਰਤੀ ਤੋਂ ਬਹੁਤ ਦੂਰ ਬੈਠੇ ਹਾਂ। ਅਸਲ 'ਚ ਬਾਬੇ ਨਾਨਕ ਦੀ ਹੀ ਧਰਤੀ ਹੈ ਸਾਰੀ। ਹਾਂਜੀ, ਇਹ ਜਿੱਥੇ ਵੀ ਉਹਦਾ ਨਾਂ ਲਿਆ ਜਾਂਦਾ, ਜਿੱਥੇ ਵੀ ਉਹਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਵੀ ਉਹਦੀ ਬਾਣੀ ਦਾ ਸਤਿਕਾਰ ਕੀਤਾ ਜਾਂਦਾ, ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਸਲ 'ਚ ਉਹਦੀ ਧਰਤੀ ਹੈ। ਪਰ ਫਿਰ ਵੀ ਅਸੀਂ 7 ਸਮੁੰਦਰੋਂ ਪਾਰ ਆ ਕੇ ਬੈਠੇ ਹਾਂ। ਕਿੰਨੇ ਹਜ਼ਾਰ ਕਿਲੋਮੀਟਰ ਤੁਸੀਂ ਦੱਸ ਦਿੰਦੇ? 12,000 ਕਿਲੋਮੀਟਰ ਦੂਰ ਅਸੀਂ ਆ ਕੇ ਬੈਠੇ ਹਾਂ। ਅੱਜ ਅਸੀਂ ਬਾਬੇ ਨਾਨਕ ਦੀ ਗੱਲ ਕਰਦੇ ਪਏ। ਸਾਨੂੰ ਇੱਥੇ ਆ ਕੇ ਬੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਜੋਬਾਂ ਨਹੀਂ ਮਿਲਦੀਆਂ ਬਹੁਤ ਸਖਤ ਘਾਲਣਾ ਕਰਨੀ ਪੈਂਦੀ ਹੈ। ਅਸੀਂ ਸਾਰੇ ਹੀ ਜਿੰਨੇ ਲੋਕ ਇੱਥੇ ਆਉਂਦੇ ਹਾਂ ਜ਼ੀਰੋ ਤੋਂ ਸਟਾਰਟ ਕਰਦੇ ਹਾਂ, ਦੁਬਾਰਾ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਬਾਬੇ ਨਾਨਕ ਦੇ ਫਲਸਫੇ ਨੂੰ ਜੇ ਅਸੀਂ ਅੰਡਰਸਟੈਂਡ ਕਰਦੇ ਰਹੀਏ, ਉਹਦਾ ਪੱਲਾ ਨਾ ਛੱਡੀਏ, ਸ਼ਾਇਦ ਜਿਹੜੀਆਂ ਦੁਸ਼ਵਾਰੀਆਂ 'ਤੇ ਅਸੀਂ ਗੱਲ ਕਰਦੇ ਹਾਂ, ਜ਼ਿਕਰ ਕਰਦੇ ਹਾਂ, ਅਸੀਂ ਕਈ ਵਾਰੀ ਇਮੋਸ਼ਨਲ ਹੋ ਜਾਂਦੇ ਹਾਂ। ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ ਵੀ ਇਹਦੇ ਨਾਲ ਉੱਥੇ ਹੀ ਚੰਗੇ ਸੀ, ਜਾਂ ਅਸੀਂ ਕਈ ਵਾਰੀ ਮਾਣ ਮਹਿਸੂਸ ਕਰਦੇ ਹਾਂ ਕਿ ਉੱਥੇ ਸਾਡੀ ਇੱਦਾਂ ਦੀ ਟੌਰ ਸੀ, ਇੱਦਾਂ ਦੀ ਸਰਦਾਰੀ ਸੀ, ਉਹ ਜਿਹੜੀ ਸ਼ਾਇਦ ਇੱਥੇ ਨਹੀਂ, ਜਾਂ ਇੱਥੇ ਉੱਦਾਂ ਦਾ ਕੰਮਕਾਰ ਨਹੀਂ, ਇੱਥੇ ਉੱਦਾਂ ਦੀ ਸਾਰਾ ਕੁਛ ਨਹੀਂ ਹੈਗਾ। ਇਹ ਸ਼ਾਇਦ ਨਾ ਹੋਵੇ, ਇਹ ਗੱਲ ਸਾਨੂੰ ਚਿੰਤਾ ਨਾ ਵੱਡ ਖਾਵੇ, ਜਾਂ ਸਾਨੂੰ ਜਿਹੜਾ ਇੱਦਾਂ ਦਾ ਨਾ ਹੌਲ ਪੈਂਦੇ ਹੋਣ ਜੇ ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਯਾਦ ਰੱਖੀਏ ਤਾਂ। ਜਿਹੜਾ ਫਲਸਫਾ ਸਭ ਤੋਂ ਵੱਡੀ ਗੱਲ ਕਿਰਤ ਕਰਨ ਦਾ ਫਲਸਫਾ, ਜੋ ਵੰਡ ਕੇ ਨਹੀਂ ਵੀ ਛਕ ਸਕਦੇ, ਕਿਰਤ ਤਾਂ ਕਰਨੀ ਚਾਹੀਦੀ ਨਾ, ਕਿਰਤ ਕਰਨੀ ਚਾਹੀਦੀ। ਔਰ ਕਿਰਤ ਦਾ ਮਤਲਬ ਵੀ ਹੁੰਦਾ, ਧਾਮੀ ਸਾਹਿਬ ਸਾਡੇ ਕਹਿੰਦੇ ਹੁੰਦੇ ਸੀ ਵੀ ਬਾਬੇ ਨਾਨਕ ਨੇ ਇਕੱਲੀ ਕਿਰਤ ਨਹੀਂ ਕਿਹਾ ਸੀ, ਸੁਕਿਰਤ ਕਿਹਾ ਸੀ। ਸੁੱਚੀ ਕਿਰਤ, ਹੱਕ ਹਲਾਲ ਦੀ ਕਮਾਈ। ਉਂਝ ਤਾਂ ਜਿਹੜੇ ਅਸੀਂ ਲੋਕ ਆਏ ਇੱਥੇ ਸਾਰੇ ਹੱਕ ਹਲਾਲ ਦੀ ਕਮਾਈ ਕਰਦੇ ਹਾਂ। ਜਿਹੜਾ ਨੇ ਕਿਤੇ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹ ਛੇਤੀ ਬਹੁਤਾ ਲੰਮਾ ਸਮਾਂ ਚੱਲੇ ਵੀ ਨਹੀਂ, ਜਾਂ ਨਹੀਂ ਚੱਲਣਗੇ ਗਾਂਹ ਵੀ। ਸਾਨੂੰ ਸੁਕਿਰਤ ਕਰਨ 'ਤੇ ਜ਼ੋਰ ਦੇਣਾ ਚਾਹੀਦਾ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਮੈਂ ਸੁਕਿਰਤ ਤੋਂ ਮੈਨੂੰ ਯਾਦ ਆਇਆ ਕਿ ਅੱਜ ਹੀ ਮੈਂ ਪੜ੍ਹ ਰਿਹਾ ਸੀ ਸੋਸ਼ਲ ਮੀਡੀਆ 'ਤੇ ਕਿ ਕਿਸਾਨੀ ਸੰਘਰਸ਼ ਨੂੰ ਕੰਟਰੀਬਿਊਟ ਕਰਨ ਵਾਸਤੇ ਕਈ ਗੋ ਫੰਡ ਵੀ ਸ਼ੁਰੂ ਕਰ ਦਿੱਤੇ ਲੋਕਾਂ ਨੇ, ਠੀਕ ਹੈ ਜੀ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈਗਾ, ਠੀਕ ਹੈ ਜੀ। ਮੈਂ ਫਿਰ ਯਾਦ ਆਇਆ ਮੈਨੂੰ ਕਿ ਜਦੋਂ ਪਾਕਿਸਤਾਨ 'ਚ ਕਈ ਵਾਰੀ ਵਿਆਹਾਂ ਸ਼ਾਦੀਆਂ 'ਤੇ ਗੋਲੀ ਚਲਾਉਂਦੇ ਨਾ ਲੋਕ, ਅਤੇ ਛੋਟੇ ਬੱਚੇ ਪਿੱਤਲ ਚੁਣਦੇ ਆ, ਚੁੱਕਦੇ, ਉਹ ਵਿਕਦਾ ਹੈਗਾ ਹੈ ਨਾ। ਮੈਂ ਕਿਹਾ ਕਈ ਲੋਕ ਐਸੇ ਹੁੰਦੇ ਆ ਕਿ ਵਰਦੀ ਗੋਲੀ 'ਚ ਪਿੱਤਲ ਲੁੱਟਣ ਤੋਂ ਗੁਰੇਜ਼ ਨਹੀਂ ਕਰਦੇ ਹੈਗੇ, ਠੀਕ ਹੈ ਜੀ। ਕਿੰਨੀ ਮਾੜੀ ਗੱਲ ਦੇਖੋ। ਹਾਂਜੀ, ਇੱਕ ਕਿਸਾਨ ਜਿਹੜਾ, ਇੱਕ ਜੱਟ ਹੈ, ਇੱਕ ਸਿੱਖ ਹੈ, ਜਾਂ ਜਿਹੜੀ ਵੀ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੈਗਾ, ਆਪਣੀ ਜ਼ਮੀਨ ਨੂੰ ਪ੍ਰੋਟੈਕਟ ਕਰਨ ਵਾਸਤੇ ਦਿੱਲੀ ਬੈਠਾ ਜੀ ਠੰਡ ਦੇ ਵਿੱਚ, ਅਤੇ ਉਹਦੇ ਨਾਂ 'ਤੇ ਇੱਕ ਫੰਡ ਸਟਾਰਟ ਕੀਤਾ, ਠੀਕ ਹੈ ਜੀ, ਇੱਕ ਟਾਰਗੇਟ ਸੈੱਟ ਕੀਤਾ। ਮੈਂ ਤਾਂ ਉਹਨਾਂ ਲਿਖਿਆ ਵੀ ਹੈ ਕਿ ਮੈਂ ਕਿਹਾ ਇਹਨੂੰ ਤੁਸੀਂ ਮੋਡੀਫਾਈ ਕਰੋ, ਠੀਕ ਹੈ ਜੀ, ਗੋ ਫੰਡ ਮੀ ਨੂੰ, ਕਿ ਜਿਹੜਾ ਮਰਜ਼ੀ ਬੰਦਾ ਉਹ ਕ੍ਰੀਏਟ ਕਰਕੇ ਉਹ ਕੰਟਰੀਬਿਊਟ ਚਲੋ ਕਰਦੇ ਲੈ ਕੇ, ਤਾਂ ਉਹਨੂੰ ਵਾਪਸ ਕਰੋ। ਜੈਨੂਅਨ ਦੇਖਣਾ ਚਾਹੀਦਾ ਵੀ ਇਹਦਾ ਜਿਹੜਾ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ, ਠੀਕ ਹੈ ਜੀ। ਹੁਣ ਦੇਖੋ, ਮੈਂ ਇਸ ਚੀਜ਼ ਦੇ ਖਿਲਾਫ ਨਹੀਂ ਹਾਂ ਕਿ ਕਿਸੇ ਨੂੰ ਹੈਲਪ ਕਰਨ ਦੇ ਖਿਲਾਫ ਨਹੀਂ ਹੈ, ਲੇਕਿਨ ਜਿਹੜੀ ਹੈਲਪ ਹੈ, ਜਿਹੜੀ ਦਸਵੰਧ ਹੈ, ਜਾਂ ਜਿਹੜੀ ਵੀ ਕੰਟਰੀਬਿਊਸ਼ਨ ਹੈ, ਉਹ ਸੁਹਿਰਦ ਹੱਥਾਂ ਜਾਣੀ ਚਾਹੀਦੀ। ਬਿਲਕੁਲ ਠੀਕ ਹੈ ਜੀ। ਸੋ ਇਹ ਇੱਕ ਨੈਗੇਟਿਵ ਪੱਖ ਹੈਗਾ ਜਿਹਦੇ ਬਾਰੇ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਔਰ ਜਦੋਂ ਬਾਬੇ ਨਾਨਕ ਦੀ ਗੱਲ ਕਰਦੇ, ਜਨਮ ਦਿਨ ਦੀ ਗੱਲ ਕਰਦੇ, ਇਹ ਚੀਜ਼ਾਂ ਹੋਰ ਇੰਪੋਰਟੈਂਟ ਹੋ ਜਾਂਦੀਆਂ। ਹੁਣ ਮੈਂ ਤੁਹਾਨੂੰ ਗੱਲ ਕਰਦਾ ਜੀ ਕਰਤਾਰਪੁਰ ਦੀ। ਮੇਰੇ ਜਿਹੜੇ ਮਾਮੇ ਸੀ ਉਹ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਪੜ੍ਹਨ ਆਉਂਦੇ ਹੁੰਦੇ ਸੀ। ਅੱਛਾ ਜੀ, ਠੀਕ ਹੈ ਜੀ। ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਲਾ ਲਓ ਤੁਸੀਂ ਕਿ 4-5 ਕਿਲੋਮੀਟਰ ਦਾ ਫਰਕ ਹੈ ਸਿਰ। ਅਤੇ ਮੇਰੀ ਨਾਨੀ ਦਰਿਆ ਲੰਘ ਕੇ ਆਉਣਾ ਪੈਂਦਾ ਸੀ। ਬੇੜੀਆਂ ਦਾ ਪੁਲ ਬਣਿਆ ਹੁੰਦਾ ਸੀ, ਜਾਂ ਜਦੋਂ ਸੁੱਕਾ ਹੁੰਦਾ ਸੀ ਅਤੇ ਉਹ ਪੈਦਲ ਚੱਲ ਕੇ ਵਿੱਚੋਂ ਦੀ ਲੰਘ ਆਉਂਦੇ ਸੀ, ਠੀਕ ਹੈ ਜੀ। ਹੁਣ ਜਦੋਂ ਮੇਰਾ ਮਾਮਾ ਪੂਰਾ ਹੋਣ ਲੱਗਾ ਅਤੇ ਮਿਲਟਰੀ ਹਸਪੀਟਲ 'ਚ ਸੀ ਪਟਿਆਲੇ, ਅਤੇ ਡਾਕਟਰਾਂ ਨੂੰ ਬਾਰ-ਬਾਰ
ਕਹਿੰਦਾ ਰਿਕੁਐਸਟ ਕਰਨੀ ਆ ਡਾਕਟਰ ਆਉਂਦੇ ਉਹ ਜੀ ਹੁੰਦੀ ਆ ਵੀ ਵਜਾ ਦਿਆ ਕਰੇ ਕਿ ਇਹਨਾਂ ਨੂੰ ਆਖੋ ਮੈਨੂੰ ਕਰਤਾਰਪੁਰ ਵਿਖਾ ਲਿਆ, ਇਹਨਾਂ ਨੂੰ ਆਖੋ ਮੈਨੂੰ ਡੇਰਾ ਬਾਬਾ ਨਾਨਕ ਵਿਖਾ ਲਿਆ। ਠੀਕ ਹੈ ਜੀ। ਇਹ ਜਿਹੜੀ ਅੰਦਰ ਦੀ ਜਿਹੜੀ ਹੈ ਨਾ ਤ੍ਰਿਸ਼ਨਾ ਕਹਿ ਲਓ ਜਾਂ ਅੰਦਰ ਦੀ ਜਿਹੜੀ ਜਗਿਆਸਾਪਨ ਜਿਹੜਾ ਇੱਕ ਜਿਹੜਾ ਉਹ ਜਾਗਦਾ ਜਦੋਂ ਬੰਦਾ ਖਤਮ ਹੋਣ ਲੱਗਦਾ, ਉਹ ਆਪਣੀ ਬੇਸਿਕਸ ਵੱਲ ਉਹਦਾ ਅਟਰੈਕਸ਼ਨ ਹੁੰਦੀ ਹੈ। ਠੀਕ ਹੈ ਜੀ। ਔਰ ਮੈਂ ਦੇਖਦਾ ਸੀ, ਮੈਂ ਕਿਹਾ ਦੇਖੋ ਕਿ ਅਸੀਂ ਨਹੀਂ ਵੇਖਿਆ ਕਰਤਾਰਪੁਰ, ਮੈਂ ਈਵਨ ਡੇਰਾ ਬਾਬਾ ਨਾਨਕ ਵੀ ਇੱਕ ਵਾਰੀ ਗਿਆ ਸ਼ਾਇਦ, ਲੇਕਿਨ ਜਿਸ ਇਨਸਾਨ ਦੀ ਆਖਰੀ ਸਟੇਜ 'ਤੇ ਇੰਨੀ ਲਾਲਸਾ ਇੰਨੀ ਲਲਕ ਹੈ ਜਾਣ ਦੀ, ਪਤਾ ਨਹੀਂ ਕਿੰਨਾ ਕੁ ਟਾਈਮ ਸਪੈਂਡ ਕੀਤਾ ਹੋਏਗਾ। ਠੀਕ ਹੈ ਜੀ। ਕਿੰਨਾ ਕੁ ਉੱਥੋਂ ਦੇ ਜੂਹਾਂ, ਉੱਥੋਂ ਦੇ ਖੇਤ ਜਿਹੜੇ ਨੇ ਜਾਂ ਉੱਥੋਂ ਦੀਆਂ ਹੋਰ ਚੀਜ਼ਾਂ ਯਾਦ ਆਉਂਦੀਆਂ ਹੋਣੀਆਂ ਨੇ। ਠੀਕ ਹੈ ਜੀ। ਔਰ ਫਿਰ ਉਸ ਧਰਤੀ ਦੀ ਗੱਲ ਜਿੱਥੇ ਬਾਬੇ ਨਾਨਕ ਨੇ 17 ਸਾਲ 7 ਮਹੀਨੇ ਵਾਹੀ ਕੀਤੀ ਹੋਏ। ਠੀਕ ਹੈ ਜੀ। ਮਿੱਟੀ ਦੀ ਖੁਸ਼ਬੂ ਦੀ ਗੱਲ ਕਰਦਾ। ਬਿਲਕੁਲ। ਠੀਕ ਹੈ ਜੀ। ਇਹ ਆਉਂਦੀ ਹੀ ਰਹਿਣੀ ਹੈ ਜੀ, ਕਦੀ ਖਤਮ ਨਹੀਂ ਕਦੀ ਨਹੀਂ ਹਟਣੀ। ਬਿਲਕੁਲ, ਹਮੇਸ਼ਾ ਆਉਂਦੀ ਰਹਿਣੀ। ਆਪਾਂ ਖਤਮ ਹੋ ਜਾਣਾ, ਲੇਕਿਨ ਮਿੱਟੀ ਦੀ ਖੁਸ਼ਬੂ ਜਿਹੜੀ ਹੈ ਇਹ ਕਦੀ ਖਤਮ ਨਹੀਂ ਹੋ ਸਕਦੀ। ਇੱਕ ਅਜੋਕਾ ਬਣੀ ਸੀ ਜੀ, ਇੱਕ ਆਰਗੇਨਾਈਜੇਸ਼ਨ ਬਣੀ ਸੀ, ਇੰਡੋ ਪਾਕਿਸਤਾਨ ਦੇ ਜਿਹੜੇ ਕਲਾਕਾਰ ਨੇ ਨਾ ਇਕੱਠੇ ਹੁੰਦੇ ਸੀ, ਉਹਦੇ ਵਿੱਚ ਇੱਕ ਨਾ ਮਦੀਹਾ ਗੌਹਰ ਆਉਂਦੀ ਹੁੰਦੀ ਸੀ। ਮਦੀਹਾ ਗੌਹਰ, ਉਹਦੀ ਡੈਥ ਹੋ ਗਈ। ਹਾਂਜੀ। ਤੇ ਉਹਨੂੰ ਮੈਂ ਇੱਕ ਵਾਰੀ ਪੁੱਛ ਲਿਆ, ਮੈਂ ਕਿਹਾ ਬਾਬਾ ਨਾਨਕ ਬਾਰੇ ਕੋਈ ਦੱਸੋ। ਕਹਿੰਦੀ ਕਿ ਛੋਟੇ ਵੀਰ, ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਬਾਬੇ ਨਾਨਕ ਬਾਰੇ ਗੱਲ ਕਰ ਸਕਾਂ। ਠੀਕ ਹੈ ਜੀ। ਬਾਕੀ ਉਹਨੇ ਵੀ ਉਹੀ ਖੁਸ਼ਬੂ ਦੀ ਗੱਲ ਕੀਤੀ, ਉਹਨੇ ਵੀ ਉਹ ਜਿਹੜੀ ਸੁਗੰਧੀ ਆ ਉਹਦੀ ਗੱਲ ਕੀਤੀ, ਉਹਨੇ ਵੀ ਉਹ ਕੀਤਾ ਕਿ ਮੈਂ ਉੱਥੇ ਨਨਕਾਣਾ ਸਾਹਿਬ ਜਾਂਦੀ ਹਾਂ, ਮੱਥਾ ਟੇਕਦੀ ਹਾਂ, ਉੱਥੇ ਦੇਖਦੀ ਹਾਂ, ਮੈਨੂੰ ਬਾਬਾ ਨਾਨਕ ਦਿਸਦਾ ਹੈਗਾ। ਖੁਸ਼ਬੂ ਦੀ ਤੁਸੀਂ ਗੱਲ ਜਿਉਂਦਾ ਜੀ ਕੀਤੀ, ਇਹ ਖੁਸ਼ਬੂ ਹਮੇਸ਼ਾ ਰਵੇ, ਦੁਨੀਆ ਭਰ 'ਚ ਰਵੇ। ਉਸ ਖੁਸ਼ਬੂ ਜਿਹੜੀ ਅਸੀਂ ਗੱਲ ਕਰਦੇ ਹਾਂ, ਬਾਬਾ ਨਾਨਕ ਦੇ ਫਲਸਫੇ ਦੀ ਖੁਸ਼ਬੂ। ਫਲਸਫਾ ਫਿਰ ਦੁਬਾਰਾ ਉਹੀ ਮੈਂ ਗੱਲ ਕਰਨੀ ਚਾਹੁੰਦਾ, ਕਿਰਤ ਦਾ ਫਲਸਫਾ। ਹਾਂਜੀ। ਇਹ ਫਲਸਫਾ ਜਿਹੜਾ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ, ਸਾਨੂੰ ਰੱਖਣ ਦੇ ਲਈ ਪਹਿਲ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਬਾਬੇ ਨਾਨਕ ਦੇ ਬਹੁਤ ਨੇੜੇ ਕਹਾਉਂਦੇ ਹਾਂ। ਹਾਂਜੀ। ਠੀਕ ਹੈ ਜੀ। ਤੁਸੀਂ ਸਮਾਂ ਕੱਢਿਆ ਜੀ, ਬਹੁਤ ਬਹੁਤ ਮਿਹਰਬਾਨੀ। ਸ਼ੁਕਰੀਆ। ਸਾਡੇ ਵੱਲੋਂ ਦੁਬਾਰਾ ਫਿਰ ਵਾਇਸ ਆਫ ਇੰਡੀਆ ਵੱਲੋਂ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਲੱਖ ਵਧਾਈਆਂ ਹੋਣ।